With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਐਂਕਰ ਸਤਿੰਦਰ ਸਿੰਘ ਮੀਰਥਲ ਤੇ ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਸ਼ੋਅ ਇੱਕ ਨਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਸ਼ੋਅ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਵਰਗਾਂ ਦੇ ਵਿੱਚ ਬਹੁਤ ਮੱਲਾਂ ਮਾਰੀਆਂ ਨੇ ਤੇ ਮਾਣ ਪ੍ਰਾਪਤ ਕੀਤਾ ਹੈ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਸਿਹਤ ਸੰਬੰਧੀ ਤੇ ਸਿਹਤ ਸੰਬੰਧੀ ਅੱਜ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਕੰਸਲਟੈਂਟ ਪਲਾਸਟਿਕ ਸਰਜਨ ਡਾਕਟਰ ਕਮਲਦੀਪ ਸਿੰਘ ਅਨੇਜਾ ਤੇ ਡਾਕਟਰ ਅੰਕੁਰ ਸੂਦ। ਕਰਾਂਗੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਤੇ ਜਾਣਾਂਗੇ ਸਿਹਤ ਸੰਬੰਧੀ ਸੰਭਾਲ ਕਿਵੇਂ ਹੋ ਸਕਦੀ ਹੈ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਤੁਹਾਡਾ ਸਾਡੇ ਇਸ ਸ਼ੋਅ ਦੇ ਵਿੱਚ ਆਉਣ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਡਾਕਟਰ ਕਮਲਦੀਪ ਜੀ, ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਨਾਲ। ਅਸੀਂ ਚਾਹਾਂਗੇ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਆਪਣੇ ਬਾਰੇ ਦੇ ਵਿੱਚ ਦੱਸੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਡਾਕਟਰ ਕਮਲਦੀਪ ਸਿੰਘ ਅਨੇਜਾ, ਮੈਂ ਪਲਾਸਟਿਕ ਸਰਜਨ ਹੈਗਾ। ਅਸੀਂ 3 ਪਲਾਸਟਿਕ ਸਰਜਨ ਇਕੱਠੇ ਮਿਲ ਕੇ ਅਸੀਂ ਇੱਕ ਇੰਸਟੀਚਿਊਟ ਖੋਲ੍ਹਿਆ, ਟਰਾਈ ਸਿਟੀ ਇੰਸਟੀਚਿਊਟ ਆਫ ਪਲਾਸਟਿਕ ਸਰਜਰੀ। ਇਹ ਇੱਕ ਆਪਣੇ ਤਰ੍ਹਾਂ ਦਾ ਇੰਸਟੀਚਿਊਟ ਹੈ ਜਿੱਥੇ 3 ਪਲਾਸਟਿਕ ਸਰਜਨ ਇਕੱਠੇ ਹੋ ਕੇ ਇੱਕੋ ਛੱਤ ਦੇ ਥੱਲੇ ਇਕੱਠੇ ਕੰਮ ਕਰ ਰਹੇ ਹਾਂ। ਅਸੀਂ ਤਿੰਨੋਂ ਪਲਾਸਟਿਕ ਸਰਜਨ PGI ਦੇ ਹੈਗੇ ਆ। ਸਾਡੀ ਐਸੋਸੀਏਸ਼ਨ PGI ਤੋਂ ਸ਼ੁਰੂ ਹੋਈ ਤੇ ਹੁਣ ਅਸੀਂ ਆਲਮੋਸਟ 7 ਸਾਲ ਦੀ ਐਸੋਸੀਏਸ਼ਨ ਕੰਪਲੀਟ ਕੀਤੀ ਹੈ। ਟਰਾਈ ਸਿਟੀ ਇੰਸਟੀਚਿਊਟ ਆਫ ਪਲਾਸਟਿਕ ਸਰਜਰੀ, ਜਿੱਦਾਂ ਕਿ ਜਿਹਨੂੰ ਕਿ ਅਸੀਂ ਟਿਪਸ ਕਹਿੰਦੇ ਆ, ਇੱਥੇ ਹਰ ਤਰ੍ਹਾਂ ਦੀ ਪਲਾਸਟਿਕ ਸਰਜਰੀ ਕੀਤੀ ਜਾਂਦੀ ਹੈ ਔਰ ਇਹ ਇਸ ਰੀਜਨ ਦਾ ਨੰਬਰ 1 ਪਲਾਸਟਿਕ ਸਰਜਰੀ ਸੈਂਟਰ ਹੈ। ਡਾਕਟਰ ਸਾਹਿਬ, ਪਲਾਸਟਿਕ ਸਰਜਰੀ ਦੀ ਗੱਲ ਕਰੀਏ ਤਾਂ ਹਰ ਕਿਸੇ ਦੇ ਮਨ ਦੇ ਵਿੱਚ ਇੱਕ ਬੜਾ ਸਵਾਲ ਪੈਦਾ ਹੁੰਦਾ ਹੈ ਕਿ ਪਲਾਸਟਿਕ ਸਰਜਰੀ ਕੀ ਹੈ। ਜਿਹੜੇ ਤਾਂ ਨੌਲੇਜ ਰੱਖਦੇ ਨੇ ਇਸ ਖੇਤਰ ਦੇ ਬਾਰੇ ਦੇ ਵਿੱਚ, ਜਾਂ ਜਿਨ੍ਹਾਂ ਨੂੰ ਪਤਾ ਹੈ ਪਲਾਸਟਿਕ ਸਰਜਰੀ ਕੀ, ਜਾਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਪਲਾਸਟਿਕ ਸਰਜਰੀ ਕਰਵਾਈ ਹੋਏ, ਉਹਨਾਂ ਤੋਂ ਉਹਨਾਂ ਨੂੰ ਨੌਲੇਜ ਮਿਲ ਜਾਂਦੀ ਹੈ। ਪਰ ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਪਲਾਸਟਿਕ ਸਰਜਰੀ ਕੀ ਹੈ, ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੀ ਪਲਾਸਟਿਕ ਸਰਜਰੀ ਕੀ ਹੈ ਔਰ ਅਸਲ ਦੇ ਵਿੱਚ ਇਹਦੀ ਜ਼ਰੂਰਤ ਕਦੋਂ ਪੈਂਦੀ ਹੈ? ਦੇਖੋ ਜੀ, ਪਲਾਸਟਿਕ ਸਰਜਰੀ 2 ਤਰ੍ਹਾਂ ਦੀ ਬੇਸਿਕ 2 ਤਰੀਕੇ ਦੀ ਹੁੰਦੀ ਹੈ। ਇੱਕ ਹੈ ਰੀਕਨਸਟਰਕਟਿਵ ਸਰਜਰੀ,
ਜਿਹੜੀ ਕਿ ਇਨਕਲੂਡ ਕਰਦੀ ਹੈ ਜਿਹੜੇ ਬਾਈ ਬਰਥ ਡਿਫੈਕਟਸ ਹੋਣ ਜਾਂ ਸੱਟ ਲੱਗੀ ਦੇ ਹੋਣ ਜਾਂ ਬਰਨਸ ਹੋਣ, ਇੰਜਰੀਜ਼ ਰਿਲੇਟਡ ਹੈ। ਅਦਰ ਐਸਪੈਕਟ ਆਫ ਪਲਾਸਟਿਕ ਸਰਜਰੀ ਇਜ਼ ਕਾਸਮੈਟਿਕ ਸਰਜਰੀ, ਜਿਹਨੂੰ ਕਿ ਅਸੀਂ ਬਿਊਟੀਫਿਕੇਸ਼ਨ ਸਰਜਰੀ ਕਹਿੰਦੇ ਆ। ਜਿੱਦਾਂ ਕਿ ਸਿਰ ਤੇ ਬਾਲ ਨਹੀਂ ਹੋਣਾ ਤੇ ਉਹਦੇ ਲਈ ਬਾਲ ਲਗਵਾਉਣਾ, ਮੋਟਾਪਾ ਹੈ ਤੇ ਲਾਈਪੋਸੈਕਸ਼ਨ ਕਰਾਣੀ, ਫੇਸ ਲਿਫਟ ਕਰਾਣਾ ਕਿ ਝੁਰੀਆਂ ਪੈ ਗਈਆਂ, ਇਹ ਬਿਊਟੀਫਿਕੇਸ਼ਨ ਸਰਜਰੀ ਹੈ। ਇਹਦਾ ਨਾਮ ਹੈ ਕਾਸਮੈਟਿਕ ਸਰਜਰੀ। ਜੀ ਡਾਕਟਰ ਸੂਦ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਅੱਜ ਕੱਲ ਪਲਾਸਟਿਕ ਸਰਜਰੀ ਦਾ ਇੱਕ ਬੜਾ ਕ੍ਰੇਜ਼ ਹੋਇਆ ਹੈ। ਹਰ ਕੋਈ ਜਿਹੜਾ ਹੈ ਉਹ ਪਲਾਸਟਿਕ ਸਰਜਰੀ ਦੇ ਵੱਲ ਵੱਧ ਰਿਹਾ ਹੈ। ਹਰ ਕੋਈ ਚਾਹੁੰਦਾ ਕਿ ਮੈਂ ਸੋਹਣਾ ਦਿਖਾਂ। ਕੀ ਕਾਰਨ ਹੈ ਕਿ ਲੋਕਾਂ ਦਾ ਯਕਦਮ ਇੱਕ ਜਿਹੜਾ ਧਿਆਨ ਹੈ ਉਹ ਇਸ ਸਰਜਰੀ ਵੱਲ ਵੱਧ ਰਿਹਾ? ਦੇਖੋ ਜੀ, ਸਿੰਪਲ ਜਿਹੀ ਗੱਲ ਹੈ, ਅੱਜ ਕੱਲ ਦੀ ਦੁਨੀਆ 'ਚ ਕੌਣ ਨਹੀਂ ਚਾਹੁੰਦਾ ਹੈ ਕਿ ਉਹ ਸੋਹਣਾ ਨਾ ਦਿਖੇ। ਐਵਰੀਬਡੀ ਵਾਂਟਸ ਟੂ ਲੁੱਕ ਫਿਟ, healthier, slimmer, and with the media coming into play, Bollywood, Hollywood, the Punjab film industry coming into play so much, everybody wants to look fit and fine, and that's why there's a real surge of cosmetic surgery in these days. ਹੁਣ ਤੁਸੀਂ ਜਿੱਦਾਂ ਪੁੱਛ ਰਹੇ ਸੀਗੇ ਲਾਈਪੋਸੈਕਸ਼ਨ ਦੇ ਬਾਰੇ, ਮੋਟਾਪੇ ਦੇ ਬਾਰੇ, ਲਾਈਪੋਸੈਕਸ਼ਨ ਆਪਾਂ ਕਰੀ ਦੀ ਹੈ। ਲਾਈਪੋਸੈਕਸ਼ਨ ਇਜ਼ ਅ ਬੋਡੀ ਕੰਟੂਰਿੰਗ ਸਰਜਰੀ, ਮਤਲਬ ਜਿੱਥੇ ਐਕਸੈਸ ਫੈਟ ਹੈਗਾ, ਜਿਨ ਥਾਵਾਂ ਤੇ ਫੈਟ ਜਾ ਨਹੀਂ ਰਿਹਾ, ਬਾਵਜੂਦ ਐਕਸਰਸਾਈਜ਼ ਕਰਨ ਤੇ, ਡਾਈਟਿੰਗ ਕਰਨ ਤੇ, ਸਲਿਮਿੰਗ, ਜਿੰਨੇ ਵੀ ਸਭ ਕੁਝ ਐਕਟੀਵਿਟੀਜ਼ ਕਰ ਲਓ, ਬਟ ਫੈਟ ਨਹੀਂ ਜਾ ਰਿਹਾ, ਉਹਨੂੰ ਆਪਾਂ ਰੈਜ਼ਿਸਟੈਂਟ ਫੈਟ ਕਹਿੰਦੇ ਨੇ। ਉਹ ਰੈਜ਼ਿਸਟੈਂਟ ਫੈਟ ਆਪਾਂ ਲਾਈਪੋਸੈਕਸ਼ਨ ਦੇ ਤਰੀਕੇ ਨਾਲ ਸਾਰਾ ਬਾਹਰ ਕੱਢਦੇ ਨੇ। ਤਾਂ ਉਹਦੇ ਨਾਲ ਕੀ ਹੁੰਦਾ ਹੈ, ਇੰਚਜ਼ ਲਾਸ ਹੁੰਦਾ ਹੈ। ਜੇ ਕਿਸੇ ਦੀ ਕਮਰ 42 ਇੰਚ ਹੈ ਤੇ ਆਪਾਂ ਉਹਦਾ ਫੈਟ ਕੱਢ ਦਈਏ ਤਾਂ ਉਹ 4-5 ਇੰਚ ਆਰਾਮ ਨਾਲ ਕੱਟ ਜਾਂਦੀ ਹੈ, 35-36 ਇੰਚ ਤੱਕ ਆ ਜਾਂਦੀ ਹੈ। ਬਟ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੈ, ਲਾਈਪੋਸੈਕਸ਼ਨ ਨੂੰ ਆਪਾਂ weight reduction surgery ਨਹੀਂ ਕਹਿ ਸਕਦੇ ਜੀ। ਲਾਈਪੋਸੈਕਸ਼ਨ ਨਾਲ ਇੰਚ ਲਾਸ ਹੁੰਦਾ ਹੈ, ਬਿਕੋਜ਼ ਫੈਟ ਜਿਹੜਾ ਹੈ, ਫੈਟ ਦੋ ਕੰਪਾਰਟਮੈਂਟ 'ਚ ਹੈ। ਇੱਕ ਹੈ ਮਸਲ ਦੇ ਬਾਹਰ, ਪੇਟ ਦੇ ਬਾਹਰ, ਇੱਕ ਹੈਗਾ ਅੰਦਰੂਨੀ ਆਰਗਨਸ ਦੇ ਨਾਲ, ਜਿੱਦਾਂ ਅੰਤਾਂ ਨਾਲ ਹੈਗਾ, ਲਿਵਰ ਨਾਲ ਹੈਗਾ, ਤੁਹਾਡੇ ਸਟਮਕ ਨਾਲ ਹੈਗਾ। ਉਹ ਫੈਟ ਤਾਂ ਤੁਸੀਂ ਸਿਰਫ ਐਕਸਰਸਾਈਜ਼, ਡਾਈਟ ਕੰਟਰੋਲ ਨਾਲ ਹੀ ਕੰਟਰੋਲ ਕਰ ਸਕਦੇ ਹੋ ਜੀ। ਸੋ ਡਾਕਟਰ ਸੂਦ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਜਿਹੜਾ ਸਾਡੇ ਅੰਦਰ ਫੈਟ ਹੈਗਾ ਉਹ ਦੋ ਤਰੀਕੇ ਦਾ ਹੈਗਾ। ਇੱਕ ਜਿਹੜਾ ਫੈਟ ਹੈ ਸਾਡੇ ਸਰੀਰ ਦੇ ਅੰਦਰ ਜੋ ਆਂਤੜੀਆਂ ਦੇ ਉੱਪਰ ਫੈਟ ਜੰਮਿਆ ਹੈ ਉਹ ਹੈ, ਦੂਸਰਾ ਸਾਡੇ ਉੱਪਰ ਜਿਹੜਾ ਮਾਸ ਹੈ ਉਹ ਫੈਟ ਹੈ। ਔਰ ਪਲਾਸਟਿਕ ਸਰਜਰੀ ਦੇ ਨਾਲ ਜਿਹੜਾ ਬਾਹਰਲਾ ਫੈਟ ਹੈ ਉਹਨੂੰ ਘੱਟ ਕੀਤਾ ਜਾ ਸਕਦਾ। ਸੋ ਬਹੁਤ ਵਧੀਆ ਆਨਸਰ ਜਿਹੜਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਸ ਗੱਲ ਨੂੰ ਕਲੀਅਰ ਕੀਤਾ ਹੈ। ਸੋ ਡਾਕਟਰ ਅਨੇਜਾ ਜੀ, ਅਸੀਂ ਪੁੱਛਣਾ ਚਾਹਾਂਗੇ ਕਿ ਕਈ ਪੇਸ਼ੈਂਟਸ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਦੇ ਸਿਰ ਦੇ ਉੱਪਰ ਬਾਲ ਝੜ ਜਾਂਦੇ ਨੇ, ਜਾਂ ਜਮਾਂਦਰੂ ਬਾਈ ਬਰਥ ਉਹਨਾਂ ਦੇ ਬਾਲ ਹੀ ਨਹੀਂ ਨੇ, ਪਰ ਉਹ ਸੋਹਣਾ ਦਿਖਣਾ ਚਾਹੁੰਦੇ ਨੇ, ਉਹ ਚਾਹੁੰਦੇ ਨੇ ਵੀ ਉਹਨਾਂ ਦੇ ਵੀ ਸਿਰ ਤੇ ਬਾਲ ਹੋਣ। ਉਹਨਾਂ ਦੇ ਲਈ ਕਿਸ ਤਰ੍ਹਾਂ ਦਾ ਇਲਾਜ ਜਿਹੜਾ ਹੈ ਇਸ ਟਿਪਸ ਦੇ ਵਿੱਚ ਕੀਤਾ ਜਾਂਦਾ ਹੈ? ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂਗਾ ਕਿ ਬਾਲ ਨਾ ਹੋਣ ਦੇ ਕੀ ਕਾਰਨ ਹੈਗੇ ਨੇ। ਜਨਰਲੀ ਜੇ ਦੇਖਿਆ ਜਾਏ, ਵਰਡ ਓਵਰ ਜਿਹੜੇ ਰੇਸ਼ੋ ਜਾਂ ਸਟੈਟਿਸਟਿਕਸ ਹੈਗੇ ਨੇ, 2 ਬੰਦਿਆਂ ਚੋਂ 1 ਬੰਦੇ ਨੂੰ ਵਾਲ ਝੜਨ ਦੀ ਪ੍ਰੋਬਲਮ ਆਉਂਦੀ ਹੈ। ਸੋ ਯੂ ਕੈਨ ਇਮੇਜਿਨ ਦ ਨੰਬਰ ਆਫ ਪੀਪਲ ਹੂ ਆਰ ਬਾਲਡ ਇਨ ਦਿਸ ਵਰਲਡ। ਮੈਜੋਰਿਟੀ ਬੰਦਿਆਂ ਦੇ ਵਿੱਚ ਬਾਲਡਨੈਸ ਹਾਰਮੋਨਸ ਕਰਕੇ ਹੁੰਦੀ ਹੈ। ਜਿਹੜਾ ਸਿਰ ਦਾ ਇਹ ਵਾਲਾ ਹਿੱਸਾ ਹੈਗਾ, ਅੱਗੇ ਵਾਲਾ ਤੇ ਫਰੰਟ ਵਾਲਾ, ਉਹਦੇ ਵਿੱਚ ਹਾਰਮੋਨਸ ਕਰਕੇ ਵਾਲ ਝੜ ਜਾਂਦੇ ਨੇ। ਬਟ ਜਿਹੜਾ ਕੰਨਾਂ ਦੇ ਉੱਤੇ ਤੇ ਪਿੱਛੇ ਵਾਲਾ ਹਿੱਸਾ ਹੈਗਾ, ਉੱਥੋਂ ਕਦੇ ਵਾਲ ਨਹੀਂ ਝੜਦੇ ਹੈਗੇ। ਸੋ this is called the permanent zone। ਇਹ ਹੁੰਦੀ ਹੈ ਟੈਂਪਰੇਰੀ ਜ਼ੋਨ। ਜਦੋਂ 15-20 ਸਾਲ 25 ਸਾਲ ਦੀ ਉਮਰ ਹੁੰਦੀ ਹੈ, ਉਦੋਂ ਵਾਲ ਜਨਰਲੀ ਝੜਨਾ ਸ਼ੁਰੂ ਹੋ ਜਾਂਦੇ ਨੇ। ਤੇ ਜੇ ਅਸੀਂ ਲੁਕਸ ਰਿਸਟੋਰ ਕਰਨੀਆਂ ਹੈਗੀਆਂ ਤੇ ਉਹਦੇ ਲਈ ਬੈਸਟ ਟ੍ਰੀਟਮੈਂਟ ਜੋ ਅੱਜ ਦੀ ਡੇਟ 'ਚ ਹੈਗਾ ਉਹ ਹੈਗਾ ਹੇਅਰ ਟ੍ਰਾਂਸਪਲਾਂਟ। ਹੇਅਰ ਟ੍ਰਾਂਸਪਲਾਂਟ ਦੇ ਵਿੱਚ ਅਸੀਂ ਇਹ ਪਰਮਾਨੈਂਟ ਜ਼ੋਨ ਦੇ ਵਿੱਚੋਂ ਇੱਕ-ਇੱਕ ਕਰਕੇ ਬਾਲ ਲੈਂਦੇ ਆ ਤੇ ਇੱਕ-ਇੱਕ ਕਰਕੇ ਅੱਗੇ ਵਾਲੇ ਹਿੱਸੇ ਦੇ ਵਿੱਚ ਲਗਾ ਦਿੰਦੇ ਆ ਜੀ। ਇਹ ਜਿਹੜੇ ਬਾਲ ਲੱਗਣਗੇ ਇਹ ਨੈਚੁਰਲ ਹੋਣਗੇ, ਇਹ ਗਰੋ ਕਰਦੇ ਰਹਿਣਗੇ। ਇਹਨਾਂ ਨੂੰ ਤੁਸੀਂ ਕੌਮ, ਕਲਰ, ਡਾਈ, ਕਟਿੰਗ ਜਿੱਦਾਂ ਮਰਜ਼ੀ ਕਰਾ ਸਕਦੇ ਨੇ। ਦੇ ਆਰ ਪਿਓਰਲੀ ਨੈਚੁਰਲ ਐਂਡ ਲਿਵਿੰਗ ਹੇਅਰ। ਸੋ ਡਾਕਟਰ ਸਾਹਿਬ, ਇੱਥੇ ਇੱਕ ਮੈਂ ਸਵਾਲ ਕਰਨਾ ਚਾਹਾਂਗਾ। ਜਿਹੜਾ ਤੁਸੀਂ ਹੇਅਰ ਲਗਾਉਣ ਦੀ ਗੱਲ ਕੀਤੀ ਹੈ, ਇਹ ਪ੍ਰੋਸੀਜਰ ਜਿਹੜਾ ਹੈ, ਪ੍ਰੋਸੈਸ ਕਿੰਨੇ ਟਾਈਮ ਦਾ ਹੁੰਦਾ ਹੈ? ਇਹ ਪ੍ਰੋਸੀਜਰ ਜਿਹੜਾ ਹੈਗਾ ਪੂਰੇ ਦਿਨ ਦਾ ਪ੍ਰੋਸੀਜਰ ਹੈਗਾ। ਜੇ ਅਸੀਂ 3000 ਗ੍ਰਾਫਟਸ ਜਾਂ 3500 ਗ੍ਰਾਫਟਸ ਤੱਕ ਲਾਣੇ ਆ ਤੇ ਇੱਕ ਦਿਨ ਦੇ ਵਿੱਚ ਹੋ ਜਾਂਦਾ, about 8 to 10 hours। ਜਿੱਥੇ ਅਸੀਂ ਮੈਗਾ ਸੈਸ਼ਨਸ ਲਾਣੇ ਜਿੱਦਾਂ 4500, 5000, 5500 ਗ੍ਰਾਫਟਸ, ਉੱਥੇ ਅਸੀਂ 2 ਦਿਨ ਦੇ ਵਿੱਚ ਕਰਦੇ ਹਾਂ ਜੀ। ਡਾਕਟਰ ਸਾਹਿਬ, ਪੇਸ਼ੈਂਟ ਜਿਹੜਾ ਹੁੰਦਾ ਅਮੂਮਨ ਜਦੋਂ ਵੀ ਕਿਤੇ ਇਲਾਜ ਦੇ ਲਈ ਜਾਂਦਾ, ਸਭ ਤੋਂ ਪਹਿਲਾਂ ਉਹਨੂੰ ਡਰ ਹੁੰਦਾ ਕਿ ਕਿਤੇ ਮੇਰਾ ਆਪਰੇਟ ਹੋਣਾ ਹੈ, ਪੇਨਫੁਲ ਨਾ ਹੋਵੇ। ਕੀ ਇਹ ਪ੍ਰੋਸੈਸ ਪੇਨਫੁਲ ਹੈ? ਨਹੀਂ, ਬਿਲਕੁਲ ਪੇਨਫੁਲ ਨਹੀਂ ਹੈ। ਇਹ ਪ੍ਰੋਸੀਜਰ ਜਦੋਂ ਵੀ ਕੀਤਾ ਜਾਂਦਾ, ਜਿਹੜਾ ਏਰੀਆ ਜਿੱਥੇ ਅਸੀਂ ਟ੍ਰੀਟ ਕਰਨਾ ਉੱਥੇ ਇੱਕ ਇੰਜੈਕਸ਼ਨ ਦੇ ਕੇ ਉਹ ਏਰੀਆ ਸੁੰਨ ਕੀਤਾ ਜਾਂਦਾ। ਐਂਡ
ਪੇਸ਼ੈਂਟ ਇਜ਼ ਫੁੱਲੀ ਕੌਨਸ਼ੀਅਸ ਡਿਊਰਿੰਗ ਦੀ ਪ੍ਰੋਸੀਜਰ। ਤੁਸੀਂ ਆਰਾਮ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ ਸਰਜਨ ਨਾਲ ਜਾਂ ਬਾਕੀ ਸਟਾਫ ਨਾਲ ਜਾਂ ਦ ਵੇ ਯੂ ਵਾਂਟ। ਕਿੰਨੇ ਦਿਨਾਂ ਬਾਅਦ ਫਿਰ ਪੇਸ਼ੈਂਟ ਨੂੰ ਜਿਹੜਾ ਹੈ ਉਹ ਘਰ ਭੇਜ ਦਿੱਤਾ ਜਾਂਦਾ ਹੈ ਕਿ ਉਹ ਨਾਰਮਲ ਕੰਡੀਸ਼ਨ ਦੇ ਵਿੱਚ ਪੈਰਾਂ ਤੇ ਧਰ ਕੇ ਆਪਣੇ ਘਰ ਜਾ ਸਕੇ? ਪੇਸ਼ੈਂਟ ਨੂੰ ਅਸੀਂ ਸੇਮ ਡੇ ਆਪਰੇਸ਼ਨ ਤੋਂ ਬਾਅਦ ਘਰ ਭੇਜ ਦਿੰਦੇ ਆ, ਆਪਣੇ ਘਰ ਜਾ ਕੇ ਉਹ ਰਿਲੈਕਸ ਕਰ ਸਕਦਾ ਹੈ। ਪੇਸ਼ੈਂਟ ਨੇ ਸਾਡੇ ਕੋਲ 3rd ਡੇ ਆਣਾ ਹੈ। ਇੱਕ ਵਾਰੀ ਅਸੀਂ ਉਹਨਾਂ ਦਾ ਹੈਡ ਵਾਸ਼ ਕਰਾਂਗੇ, ਅਸੀਂ ਉਹਨਾਂ ਨੂੰ ਦੱਸਾਂਗੇ ਆਪਣੇ ਵਾਲਾਂ ਦੀ ਕਿੱਦਾਂ ਕੇਅਰ ਕਰਨੀ ਹੈ। ਉਸ ਤੋਂ ਬਾਅਦ ਆਉਣ ਦੀ ਲੋੜ ਨਹੀਂ ਹੁੰਦੀ ਜੀ। ਡਾਕਟਰ ਸਾਹਿਬ, ਕੇਅਰ ਦੀ ਗੱਲ ਕੀਤੀ ਹੈ ਤਾਂ ਕਿਸ ਤਰ੍ਹਾਂ ਦੀ ਕੇਅਰ ਜਿਹੜੀ ਹੈ ਉਹ ਕੀਤੀ ਜਾਏ ਤਾਂ ਜੋ ਜਿਹੜੇ ਤੁਸੀਂ ਵਾਲ ਨਵੇਂ ਲਗਾਏ ਨੇ ਉਹ ਦੁਬਾਰਾ ਡੈਮੇਜ ਨਾ ਹੋ ਸਕਣ? ਉਹਦੇ ਲਈ 2-3 ਚੀਜ਼ਾਂ ਹੈਗੀਆਂ। ਇੱਕ ਤਾਂ ਆਪਣੀ ਡਾਈਟ ਅੱਛੀ ਰੱਖਣੀ ਚਾਹੀਦੀ ਹੈ, ਜ਼ਿਆਦਾ ਫਰਾਈਡ ਫੈਟੀ ਫੂਡਸ ਨਹੀਂ ਖਾਣੇ, ਹੈਲਦੀ ਡਾਈਟ ਰੱਖਣੀ ਹੈ, ਸਮੋਕਿੰਗ ਤੇ ਐਲਕੋਹਲ ਦਾ ਪਰਹੇਜ਼ ਰੱਖਣਾ ਹੈਗਾ। ਐਂਡ ਇਹ ਹੇਅਰ ਜਿਹੜੇ ਲਗਾਵਾਂਗੇ ਦੇ ਗਰੋ ਨੈਚੁਰਲੀ। ਇਹਨਾਂ ਦੀ ਗਰੋਥ ਸ਼ੁਰੂ ਹੋਏਗੀ 3-3.5 ਮਹੀਨੇ ਤੇ ਜਦੋਂ ਅਸੀਂ ਟ੍ਰਾਂਸਪਲਾਂਟ ਕਰਾਂਗੇ, ਤੇ ਉਸ ਤੋਂ ਬਾਅਦ ਜਿੱਦਾਂ ਤੁਸੀਂ ਨਾਰਮਲ ਆਪਣੇ ਹੇਅਰ ਦੀ ਕੇਅਰ ਕਰਦੇ ਹੋ ਸਿਰਫ ਉਦਾਂ ਹੀ ਕਰਨੀ ਹੈ। ਨੋ ਐਕਸਟਰਾ ਕੇਅਰ ਇਜ਼ ਰਿਕੁਆਇਰਡ, ਦੇ ਆਰ ਐਬਸੋਲੂਟਲੀ ਨੈਚੁਰਲ ਹੇਅਰ। ਸੋ ਡਾਕਟਰ ਸਾਹਿਬ, ਇਸ ਤੋਂ ਇਲਾਵਾ ਵੀ ਕੋਈ ਰੀਜ਼ਨ ਹੁੰਦਾ ਹੈ ਕਿ ਜਿਨ੍ਹਾਂ ਦੇ ਵਾਲ ਝੜ ਜਾਂਦੇ ਨੇ? ਮੋਸਟਲੀ ਸਿੱਖ ਪਰਸਨ ਜਿਹੜੇ ਹੁੰਦੇ ਨੇ ਉਹਨਾਂ ਦੇ ਵੀ ਕਈ ਵਾਰੀ ਦੇਖਿਆ ਵੀ ਵਾਲ ਝੜ ਜਾਂਦੇ ਨੇ, ਉਹ ਕੀ ਰੀਜ਼ਨ ਤੁਸੀਂ ਸਮਝਦੇ ਹੋ? ਹਾਂਜੀ, ਸਾਡੇ ਸਿੱਖੀਜ਼ਮ ਦੇ ਵਿੱਚ ਇੱਕ ਹੋਰ ਤਰ੍ਹਾਂ ਦਾ ਬਾਲਡਨੈਸ ਕਾਮਨ ਹੈ। ਜਦੋਂ ਅਸੀਂ ਜੂੜਾ ਟਾਈਟ ਬੰਦੇ ਆ, ਇੱਥੇ ਜ਼ਿਆਦਾ ਜ਼ੋਰ ਦੀ ਬਾਲ ਕਈ ਵਾਰੀ ਖਿੱਚ ਲੈਂਦੇ ਆ, ਜਾਂ ਅਸੀਂ ਦਾੜੀ ਦੇ ਵਿੱਚ ਨੀਚੇ ਪਿਨ ਲਗਾਉਣਾ ਹੁੰਦਾ, ਅਸੀਂ ਜ਼ਿਆਦਾ ਜ਼ੋਰ ਦੀ ਟਾਈਟ ਕਰਦੇ ਆ, ਤਾਂ ਅਮੂਮਨ ਕੀ ਦੇਖਿਆ ਜਾਂਦਾ ਹੈ ਸਿਰ ਦੇ ਅਗਲੇ ਹਿੱਸੇ ਤੋਂ ਜਾਂ ਅੱਗੇ ਇੱਕ ਆਲਮੋਸਟ 1 ਇੰਚ ਦੀ ਪੌਣੇ ਇੰਚ ਦੀ ਲੜੀ ਜਿਹੜੀ ਹੈਗੀ ਹੈ ਉੱਥੋਂ ਵਾਲ ਜ਼ਿਆਦਾ ਝੜਦੇ ਨੇ, ਸਾਈਡ ਦੇ ਕੰਨਾਂ ਦੇ ਉੱਤੋਂ ਅੱਗੋਂ ਝੜਦੇ ਨੇ, ਤੇ ਦਾੜੀ ਦੇ ਵਿੱਚ ਦੇਖਿਆ ਜਾਏ ਇੱਕ ਸਾਈਡ ਤੋਂ ਜਾਂ ਜਿੱਥੇ ਬਿਲਕੁਲ ਅਸੀਂ ਉਹ ਪਿਨ ਅੰਦਰ ਪਾਉਂਦੇ ਆ ਜਾਂ ਵਾਲ ਅੰਦਰ ਪਾਉਂਦੇ ਆ ਉਸ ਏਰੀਆ ਤੋਂ ਵਾਲ ਝੜ ਜਾਂਦੇ ਨੇ। ਇਹਨਾਂ ਦੇ ਵਿੱਚ ਵੀ ਟ੍ਰੀਟਮੈਂਟ ਹੇਅਰ ਟ੍ਰਾਂਸਪਲਾਂਟ ਹੀ ਹੈ, ਔਰ ਹੇਅਰ ਟ੍ਰਾਂਸਪਲਾਂਟ ਨਾਲ ਪੂਰੀ ਬੀਅਰਡ ਦੀ ਜੇ ਮੁੱਛਾਂ ਦੇ ਵਿੱਚ ਕੋਈ ਏਰੀਆ ਹੈਗਾ ਉੱਥੇ ਅਸੀਂ ਵਾਲ ਲਗਾਵਾਂਗੇ ਤੇ ਪੂਰੀ ਗਰੋਥ ਹੋਏਗੀ ਜੀ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਡਾਕਟਰ ਅਨੇਜਾ ਨੇ ਦੱਸਿਆ ਕਿ ਹੇਅਰ ਟ੍ਰਾਂਸਪਲਾਂਟ ਦੇ ਨਾਲ ਬੰਦਾ ਜਿਹੜਾ ਹੈ ਉਹ ਬਹੁਤ ਵਧੀਆ ਦਿੱਖ ਦੇ ਵਿੱਚ ਦਿਖਦਾ ਹੈ। ਸੋ ਡਾਕਟਰ ਸੂਦ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਸ ਵੇਲੇ ਇਨਸਾਨ ਨੂੰ ਮੋਟਾਪਾ ਆ ਜਾਂਦਾ ਹੈ, ਇਨਸਾਨ ਨੂੰ ਉਹ ਮੋਟਾਪਾ ਜਿਹੜਾ ਬਹੁਤ ਤੰਗ ਕਰਦਾ ਹੈ। ਮੋਸਟਲੀ ਅੱਜ ਬਹੁਤ ਸਾਰੇ ਕੇਸਿਸ ਜਿਹੜੇ ਨੇ ਆ ਰਹੇ ਨੇ, ਇਹ ਮੋਟਾਪੇ ਦੇ ਕੀ ਕਾਰਨ ਸਮਝਦੇ ਹੋ ਤੁਸੀਂ ਵੀ ਇਹ ਮੋਟਾਪਾ ਕਿਉਂ ਆ ਰਿਹਾ ਇੰਨਾ? ਖਾਸ ਕਰ ਜਿਹੜੇ ਯੂਥ ਹੈ ਉਹ ਪਹਿਲਾਂ ਬਹੁਤ ਫਿਟ ਹੁੰਦੇ ਸੀਗੇ, ਬਟ ਹੁਣ ਦੇਖਿਆ ਜਾਏ ਤਾਂ ਮੋਸਟਲੀ ਜਿਹੜੇ ਪੇਸ਼ੈਂਟਸ ਨੇ ਉਹ ਯੂਥ ਹੀ ਇਸ ਪਾਸੇ ਨੂੰ ਆ ਰਹੇ ਨੇ, ਕੀ ਕਾਰਨ ਸਮਝਦੇ ਹੋ? ਦੇਖੋ ਜੀ, ਵਰਲਡ ਵਾਈਡ ਮੋਟਾਪਾ ਇਜ਼ ਐਨ ਐਪੀਡੈਮਿਕ ਨਾउ। ਓਕੇ, ਇਹ ਬਿਲਕੁਲ ਇੱਕ ਐਪੀਡੈਮਿਕ ਬਣ ਚੁੱਕਿਆ ਹੈ। ਰੀਜ਼ਨਸ ਬੀਇੰਗ ਹੈ ਬਿਕੋਜ਼ ਅੱਜਕੱਲ ਦਾ ਯੂਥ एक्सरसाइज फ्रेंडली नहीं हैगा। सेकेंड, जंक फूड आने तो बंदियां ने हेल्दी फूड खाना छड़ता हुआ है जी। एंड आजकल दी दुनिया च स्ट्रेस बहुत ज्यादा है विच कंपाउंड्स ऑन इट। सो ऑल दीज फैक्टर्स को रिलेटेड ये मोटापे नू ज्यादा, ਇਸ ਕਾਰਨ ਮੋਟਾਪਾ ਜ਼ਿਆਦਾ ਪਨਪ ਰਿਹਾ ਜੀ। ਔਰ ਡਾਕਟਰ ਸਾਹਿਬ, ਇਦਾਂ ਹੁੰਦਾ ਕਿ ਕਈ ਵਾਰੀ ਪੇਸ਼ੈਂਟਸ ਜਿਹੜੇ ਨੇ ਉਹ ਦੇਖੋ ਦੇਖੀ ਵੀ ਆਉਂਦੇ ਨੇ ਵੀ ਕਿਸੇ ਨੇ ਪਲਾਸਟਿਕ ਸਰਜਰੀ ਕਰਾਈ, ਉਹ ਬਹੁਤ ਸੋਹਣਾ ਹੋ ਗਿਆ ਤਾਂ ਮੈਂ ਵੀ ਜਾ ਕੇ ਸੋਹਣਾ ਬਣ ਜਾਵਾਂ, ਹਨਾ? ਤਾਂ ਜਦੋਂ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਹੈ ਤੇ ਕਿਆ ਤੁਸੀਂ ਉਹਦੀ ਪੂਰੀ ਕਾਉਂਸਲਿੰਗ ਲੈਂਦੇ ਹੋ ਜਾਂ ਉਹਨੂੰ ਸਮਝਾਉਂਦੇ ਹੋ ਜਾਂ ਜਸਟ ਆਇਆ ਤੇ ਆਪਰੇਟ ਕਰਤਾ ਔਰ ਚਲਾ ਗਿਆ? ਹਾਂ, ਕੀ ਕਹਿਣਾ? ਇਦਾਂ ਦੀ ਗੱਲ ਨਹੀਂ ਹੈ। ਪ੍ਰੀ ਆਪਰੇਟਿਵ ਕਾਉਂਸਲਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਪ੍ਰੋਫੈਸ਼ਨ 'ਚ, ਬਿਕੋਜ਼ ਪੇਸ਼ੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਡਿਫਰੈਂਟ ਹੁੰਦੀਆਂ ਨੇ and at times expectations are not realistic, right? तो realistic expectations बनाने ਲਈ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ। ਆਰਾਮ ਨਾਲ ਘੰਟੇ, 1.5 ਘੰਟਾ, 2 ਘੰਟਾ ਕਾਉਂਸਲਿੰਗ ਕਰਨੀ ਪੈਂਦੀ ਹੈ ਕਿ ਤੁਹਾਡਾ ਪੋਸਟ ਆਪ ਰਿਜ਼ਲਟ ਕਿੱਦਾਂ ਹੋਏਗਾ ਤੇ ਪੋਸਟ ਆਪਰੇਟਿਵ ਰਿਜ਼ਲਟ ਦੇ ਬਾਅਦ ਤੁਹਾਨੂੰ ਕੀ ਇਹਤਿਆਤ ਵਰਤਣੀ ਹੈਗੀ, ਕਿੱਦਾਂ ਤੁਹਾਡੀ ਡਾਈਟ ਰਹੇਗੀ, ਕਿੱਦਾਂ ਐਕਸਰਸਾਈਜ਼ ਕਰਨੀ ਹੈ। ਤਾਂ all these factors have to be taken into consideration। ਜਦੋਂ ਵੀ ਆਪਾਂ ਕੋਈ ਸਰਜਰੀ ਕਰਦੇ ਨੇ ਤਾਂ ਘੱਟ ਤੋਂ ਘੱਟ ਘੰਟਾ, 1.5 ਘੰਟਾ ਪੇਸ਼ੈਂਟ ਦੀ ਇੱਥੇ ਕਾਉਂਸਲਿੰਗ ਹੁੰਦੀ ਹੈ ਜੀ। ਡਾਕਟਰ ਸੂਦ, ਅਸੀਂ ਇੱਕ ਗੱਲ ਹੋਰ ਜਾਣਨਾ ਚਾਹਾਂਗੇ ਵੀ ਜਿਸ ਵੇਲੇ ਆਪਰੇਸ਼ਨ ਕਰਨਾ ਹੁੰਦਾ ਹੈ, ਇਸ ਮੋਟਾਪੇ ਨੂੰ ਘੱਟ ਕਰਨ ਦੇ ਲਈ ਜਿਹੜਾ ਆਪਰੇਸ਼ਨ ਕੀਤਾ ਜਾਂਦਾ ਹੈ, ਇਹਦੇ ਵਿੱਚ ਕਿੰਨਾ ਕੁ ਪ੍ਰੋਸੈਸ ਹੁੰਦਾ ਹੈ, ਕੀ ਪ੍ਰੋਸੈਸ ਹੁੰਦਾ ਹੈ, ਕਿੰਨਾ ਕੁ ਟਾਈਮ ਲੱਗਦਾ ਹੈ? ਪ੍ਰੋਸੈਸ ਤਾਂ ਇਦਾਂ ਹੈ, ਡਿਪੈਂਡ ਕਰਦਾ ਹੈ ਕਿ ਕਿੰਨੇ ਏਰੀਆਜ਼ ਆਪਾਂ ਟਾਰਗੇਟ ਕਰਨੇ ਹੈਗੇ। ਹੁਣ ਏਰੀਆਜ਼ ਵੀ ਵੱਖਰੇ ਵੱਖਰੇ ਹੋ ਸਕਦੇ ਨੇ। ਸਟਮਕ ਹੋ ਸਕਦਾ ਤੁਹਾਡਾ, ਇਹ ਲਵ ਹੈਂਡਲਸ ਕਹਿੰਦੇ ਨੇ, ਸਾਈਡ ਦਾ ਹੋ ਸਕਦਾ ਹੈ, ਬੈਕ ਦਾ ਹੋ ਸਕਦਾ ਹੈ, ਮੇਲਸ ਚੈਸਟ ਹੋ ਸਕਦੀ ਹੈ, ਨੈਕ ਹੋ ਸਕਦੀ ਹੈ ਜਿਹਦੀ ਲਾਈਪੋਸਕਸ਼ਨ ਕਰੀ ਜਾਂਦੀ ਹੈ। ਤੇ ਇਟ ਆਲ ਡਿਪੈਂਡਸ ਕਿ ਕਿੰਨੇ ਏਰੀਆਜ਼ ਟਾਰਗੇਟ ਕਰਨੇ ਹੈ, ਬਟ ਮੈਕਸਿਮਮ ਆਪਾਂ 6 ਤੋਂ 8 ਲੀਟਰ ਫੈਟ ਇੱਕ ਸਿਟਿੰਗ ਤੋਂ ਆਰਾਮ ਨਾਲ ਕੱਢ ਲੈਂਦੇ ਨੇ। ਤੇ ਉਹਦੇ ਲਈ ਯੂ ਰਿਕੁਆਇਰ ਐਨ ਐਡਮਿਸ਼ਨ ਫॉर ਅ ਡੇ ਔਰ ਸੋ, ਤੇ ਅਗਲੇ ਦਿਨ ਆਪਾਂ ਡਿਸਚਾਰਜ ਕਰ ਦਿੰਦੇ ਨੇ। ਉਹਦੇ ਬਾਅਦ ਪੇਸ਼ੈਂਟ ਨੂੰ ਕੰਪਰੈਸ਼ਨ ਗਾਰਮੈਂਟ ਪਹਿਨਣਾ ਪੈਂਦਾ 3 ਹਫ਼ਤੇ ਲਈ, ਐਂਡ ਹੀ ਹੈਜ਼ ਟੂ ਫੋਲੋ ਅ ਸਟ੍ਰਿਕਟ ਡਾਇਟਰੀ ਰੈਜੀਮ, ਬਿਕੋਜ਼ ਸਰਜਰੀ ਜਿਹੜਾ ਹੈ ਉਹ ਸਿਰਫ 50% ਕੰਮ ਹੈ।
50% ਦਾ ਪੇਸ਼ੈਂਟ ਦੀ ਵਿਲ ਤੇ ਮੋਟੀਵੇਸ਼ਨ ਪਾਰਟ ਤੇ ਡਿਪੈਂਡ ਕਰਦਾ ਹੈ ਕਿ ਕਿੰਨੀ ਉਹ ਐਕਸਰਸਾਈਜ਼ ਰਜੀਮ, ਕਿੰਨੀ ਉਹ ਡਾਈਟ ਕੰਟਰੋਲ ਕਰ ਸਕਦਾ ਹੈ, because they equally play an important role in this surgery. Yeah, mostly ਨਹੀਂ ਤਾਂ ਪੇਸ਼ੈਂਟ ਜਿਹੜੇ ਨੇ ਉਹ ਇਹੀ ਸੋਚਦੇ ਨੇ ਕਿ ਅਸੀਂ ਆਪਰੇਟ ਕਰਵਾ ਲਿਆ ਔਰ ਹੁਣ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਹੈ, ਤਾਂ ਉਹ ਬਾਅਦ ਵਿੱਚ ਦੁਬਾਰਾ ਉਹ ਜੰਕ ਫੂਡ ਖਾਣਾ ਸ਼ੁਰੂ ਕਰ ਦਿੰਦੇ ਨੇ ਔਰ ਊਟ ਪਟਾਂਗ ਖਾ ਕਰਕੇ ਆਪਣੀ ਜਿਹੜੀ ਸਿਹਤ ਹੈਗੀ ਉਹਨੂੰ ਦੁਬਾਰਾ ਉਸੇ ਪੋਜੀਸ਼ਨ ਤੇ ਲੈ ਜਾਂਦੇ ਨੇ। ਸੋ ਡਾਕਟਰ ਸੂਦ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਜਵਾਬ ਦਿੱਤਾ। ਡਾਕਟਰ ਅਨੇਜਾ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਵੀ ਜਿਸ ਵੇਲੇ ਅਸੀਂ ਬਾਲਾਂ ਦਾ ਹੇਅਰ ਟ੍ਰਾਂਸਪਲਾਂਟ ਕਰਵਾਉਂਦੇ ਆ, ਉਸ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ? ਨਹੀਂ, ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਹੈ, ਬਿਲਕੁਲ ਸੇਫ ਸਰਜਰੀ ਹੈ ਔਰ ਹਲਕਾ ਜਿਹਾ ਕਿਸੇ ਏਰੀਆ ਥੋੜੀ ਰੈਡਨੈਸ ਹੋ ਸਕਦੀ ਹੈ, ਬਟ ਕੋਈ ਸਾਈਡ ਇਫੈਕਟ ਨਹੀਂ ਹੈ ਕਿਉਂਕਿ ਇਹਦੇ ਵਿੱਚ ਕੋਈ ਫੋਰਨ ਬੋਡੀ ਤੁਹਾਡੇ ਅੰਦਰ ਨਹੀਂ ਜਾ ਰਿਹਾ, ਤੁਹਾਡੇ ਆਪਣੇ ਵਾਲ ਹੀ ਇੱਕ ਥਾਂ ਤੋਂ ਹਟ ਕੇ ਦੂਸਰੀ ਥਾਂ ਤੇ ਲਗਾਏ ਜਾ ਰਹੇ ਆ, ਸੋ ਇਹਦੇ ਵਿੱਚ ਕੋਈ ਇਹੋ ਜਿਹਾ ਸਾਈਡ ਇਫੈਕਟ ਨਹੀਂ ਹੈਗਾ ਜੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਪੇਸ਼ੈਂਟ ਨੂੰ ਕੋਈ ਬਰਨ ਹੋ ਜਾਂਦਾ ਹੈ ਜਾਂ ਕੋਈ ਸੱਟ ਲੱਗ ਜਾਂਦੀ ਹੈ, ਠੀਕ ਹੈ ਜੀ, ਉਸ ਸੱਟ ਦੇ ਦੌਰਾਨ ਕਈ ਵਾਰੀ ਹੁੰਦਾ ਕਿ ਉਹਦਾ ਜਿਹੜਾ ਮਾਸ ਜਿਹੜਾ ਹੈਗਾ ਲੱਥ ਜਾਂਦਾ, ਉਹਦੇ ਵਿੱਚ ਅਗਰ ਕੋਈ ਬਾਲ ਦੀ ਗਰੋਥ ਕਰਨੀ ਹੋਈ ਤਾਂ ਪੋਸੀਬਲ ਹੈ? ਬਹੁਤ ਵਧੀਆ ਕੁਐਸਚਨ ਕੀਤਾ ਜੀ ਤੁਸੀਂ। ਸਾਡੇ ਕਾਫੀ ਮਿੱਤਰ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਅਨਫੋਰਚੂਨੇਟਲੀ ਕੋਈ ਐਕਸੀਡੈਂਟ ਹੋ ਗਿਆ ਤੇ ਉਸ ਏਰੀਆ ਦੇ ਵਿੱਚ ਬੀਅਰਡ ਜਾਂ ਮੁਸਟੇਸ਼ ਕਿਤੇ ਵੀ ਗਰੋਥ ਨਹੀਂ ਹੁੰਦੀ, ਇਹੋ ਜਿਹੇ ਤਰੀਕੇ ਹੁਣ ਅਵੇਲੇਬਲ ਹੈ ਕਿ ਅਸੀਂ ਉਸ ਏਰੀਆ ਦੇ ਵਿੱਚ ਵੀ ਹੇਅਰ ਟ੍ਰਾਂਸਪਲਾਂਟ ਕਰ ਦਿੰਦੇ ਹਾਂ ਤਾਂ ਕਿ ਉਸ ਨਿਸ਼ਾਨ ਨੂੰ ਉਹ ਨਿਸ਼ਾਨ ਵੀ ਨਾ ਦਿਖੇ ਔਰ ਉੱਥੇ ਹੇਅਰ ਗਰੋਥ ਵੀ ਪੂਰੀ ਹੋ ਜਾਏ। ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਿਹੜਾ ਕੰਮ ਹੈ ਤੁਸੀਂ ਸਬ ਟੀਮ ਮਿਲ ਕੇ ਕਰ ਰਹੇ ਹੋ। ਮੈਂ ਇੱਥੇ ਇੱਕ ਕੁਐਸਚਨ ਪੁੱਛਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਕੋਈ ਸਮਾਜਿਕ ਕਾਰਜ ਵੀ ਤੁਹਾਡੀ ਇਸ ਟਿਪਸ ਦੁਆਰਾ ਕੀਤਾ ਜਾ ਰਿਹਾ ਹੈ, ਤੁਹਾਡੀ ਇਸ ਟੀਮ ਦੁਆਰਾ ਕੀਤਾ ਜਾ ਰਿਹਾ ਹੈ, ਜਿਹਦੇ ਰਾਹੀਂ ਕਿ ਸਮਾਜ ਵਿੱਚ ਟਿਪਸ ਦੀ ਅਤੇ ਤੁਹਾਡੀ ਟੀਮ ਦੀ ਸ਼ਲਾਘਾ ਹੁੰਦੀ? ਇਸ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਇੱਕ ਸਾਡੀ ਵੀ ਜ਼ਿੰਮੇਵਾਰੀ ਹੈ ਸਾਡੇ ਸਮਾਜ ਲਈ, ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿੰਨੇ ਵੀ ਬੱਚਿਆਂ ਦੇ ਜਮਾਂਦਰੂ ਤੌਰ ਤੇ ਫਟੇ ਬੁੱਲ ਜਾਂ ਤਾਲੂ ਹੈਗੇ ਨੇ, ਉਹਨਾਂ ਦਾ ਇਲਾਜ ਟਿਪਸ ਦੇ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਅਸੀਂ ਇੱਕ ਵੀ ਪੈਸਾ ਨਹੀਂ ਚਾਰਜ ਕਰਦੇ। ਇਸ ਤੋਂ ਇਲਾਵਾ ਟਿਪਸ ਤੋਂ ਇਲਾਵਾ ਸਾਡਾ ਪਾਲਮਪੁਰ ਔਰ ਮੰਡੀ ਦੇ ਵਿੱਚ ਵੀ ਇਹ ਕੈਂਪ ਲਗਾਇਆ ਜਾਂਦਾ ਜਿੱਥੇ ਫਟੇ ਬੁੱਲ ਤਾਲੂ ਦੇ ਫ੍ਰੀ ਆਪਰੇਸ਼ਨ ਕੀਤੇ ਜਾਂਦੇ ਨੇ। ਜੀ, ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਣ ਦੇ ਲਈ ਕੋਈ ਅਵੇਅਰਨੈਸ ਕੈਂਪ ਵੀ ਜਿਹੜੇ ਨੇ ਤੁਹਾਡੇ ਦੁਆਰਾ ਲਗਾਏ ਜਾਂਦੇ ਨੇ? ਜੀ, ਅਸੀਂ ਅਵੇਅਰਨੈਸ ਕੈਂਪ ਵੀ ਲਗਾਉਂਦੇ ਹਾਂ। ਅਸੀਂ ਰੋਟਰੀ ਦੀ ਜਾਂ ਹੋਰ NGOs ਦੀ ਹੈਲਪ ਨਾਲ ਅਸੀਂ ਕੈਂਪ ਲਗਾ ਕੇ ਮਾਸ ਅਵੇਅਰਨੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਇਹ ਬੱਚੇ ਹੈਗੇ ਨੇ, ਅਸੀਂ ਫੀਲ ਕਰਦੇ ਹਾਂ ਕਿ ਜਿਹੜੇ ਬੱਚੇ ਜਿਨ੍ਹਾਂ ਦਾ ਫਟਿਆ ਬੁੱਲ ਹੈ ਉਹਨਾਂ ਨੂੰ ਵੀ ਇੱਕ ਆਮ ਇਨਸਾਨ ਵਾਂਗ ਨਾਰਮਲ ਜ਼ਿੰਦਗੀ ਜੀਣ ਦਾ ਹੱਕ ਹੈਗਾ। ਸੋ ਡਾਕਟਰ ਸੂਦ, ਅਸੀਂ ਜਾਣਨਾ ਚਾਹਾਂਗੇ ਵੀ ਜਿਵੇਂ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ ਕਿ ਸਮਾਜ ਭਲਾਈ ਦੇ ਲਈ ਜਿਨ੍ਹਾਂ ਦੇ ਜਮਾਂਦਰੂ ਤਾਲੂ ਦੀ ਪ੍ਰੋਬਲਮ ਹੁੰਦੀ ਹੈ, ਬੁੱਲ ਕਟਿਆ ਹੁੰਦਾ ਹੈ, ਇਹ ਪ੍ਰੋਬਲਮ ਜਿਹੜੀ ਹੈ ਅਮੂਮਨ ਕਈ ਵਿਲੇजेस ਦੇ ਵਿੱਚ, ਸ਼ਹਿਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਪਾਈ ਜਾਂਦੀ ਹੈ ਔਰ ਤੁਹਾਡੇ ਦੁਆਰਾ ਬਹੁਤ ਵਧੀਆ ਇਹ ਕੰਮ ਜਿਹੜਾ ਕੀਤਾ ਜਾ ਰਿਹਾ ਕਿ ਉਹਨਾਂ ਬੱਚਿਆਂ ਦਾ ਫ੍ਰੀ ਆਪਰੇਟ ਜਿਹੜਾ ਤੁਸੀਂ ਇੱਥੇ ਕਰਦੇ ਹੈਗੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹੋਰ ਦੇਖੋ, ਇਹ ਇੰਸਟੀਚਿਊਟ is associated with Smile Train. Smile Train ਇੱਕ NGO ਹੈ, world ਦੀ largest health NGO, which provides free care. Free care in the sense ਕਿ ਜਿੰਨੇ ਵੀ ਬੱਚੇ ਹੈਗੇ ਜਿਨ੍ਹਾਂ ਨੂੰ ਜਮਾਂਦਰੂ ਬੁੱਲ ਫਟੇ ਹੋਏ ਨੇ ਜਾਂ ਤਾਲੂ ਕਟੇ ਹੋਏ ਨੇ, ਉਹਨਾਂ ਦੀ ਸਰਜਰੀ ਫ੍ਰੀ ਪ੍ਰੋਵਾਈਡ ਕਰਦੀ ਹੈ। ਤਾਂ we are associated with this NGO for the past 7 years now. ਤੇ ਸਾਡੇ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਪੈਰੀਫਰਲ ਆਊਟਰੀਚ ਸੈਂਟਰਸ ਹੈਗੇ ਹਿਮਾਚਲ 'ਚ, where we go and do free camps, ਤੇ ਜਾ ਕੇ ਉੱਥੇ ਬੱਚਿਆਂ ਨੂੰ ਆਪਰੇਟ ਕਰਦੇ ਨੇ ਤੇ ਉਹਨਾਂ ਨੂੰ ਫ੍ਰੀ ਸਰਜਰੀ ਪ੍ਰੋਵਾਈਡ ਕੀਤੀ ਜਾਂਦੀ ਹੈ। ਉਹਨਾਂ ਤੋਂ ਇੱਕ ਨਵਾਂ ਪੈਸਾ ਨਹੀਂ ਚਾਰਜ ਕੀਤਾ ਜਾਂਦਾ ਹੈ। ਤੇ ਸਮਾਈਲ ਟ੍ਰੇਨ ਹੈਜ਼ ਕਮ ਅਪ ਇਨ ਅ ਬਿਗ ਵੇ in helping out these patients. Otherwise ਇਹਨਾਂ patients ਲਈ ਅਫੋਰਡ ਕਰਨਾ, ਸਰਜਰੀ ਅਫੋਰਡ ਕਰਨਾ ਬਹੁਤ ਮੁਸ਼ਕਿਲ ਸੀ। ਡਾਕਟਰ ਸਾਹਿਬ, ਅਮੂਮਨ ਦੇਖਣ ਦੇ ਵਿੱਚ ਹੈ ਕਿ ਪੇਸ਼ੈਂਟਸ ਦੇ ਵਿੱਚ ਇੱਕ ਫੋਬੀਆ ਹੈ। ਜਦੋਂ ਵੀ ਪਲਾਸਟਿਕ ਸਰਜਰੀ ਦਾ ਨਾਮ ਆਉਂਦਾ ਹੈ ਤੇ ਕਿਤੇ ਨਾ ਕਿਤੇ ਇੱਕ ਡਰ ਮਨ ਦੇ ਵਿੱਚ ਆਉਂਦਾ ਔਰ ਇੱਕ ਸ਼ਖਸੀਅਤ ਔਰ ਇੱਕ ਨਾਮ ਆਉਂਦਾ ਮਾਈਕਲ ਜੈਕਸਨ। ਵੀ ਉਹਨੇ ਬਹੁਤ ਵਾਰ ਪਲਾਸਟਿਕ ਸਰਜਰੀ ਕਰਵਾਈ ਸੀ ਔਰ ਉਹਨੂੰ ਇਹਦੇ ਸਾਈਡ ਇਫੈਕਟ ਹੋ ਗਏ, ਉਹਦੀ ਸਕਿਨ ਖਰਾਬ ਹੋ ਗਈ, ਉਹਦੇ ਨਾਲ ਬਿਮਾਰ ਹੋ ਗਿਆ ਔਰ ਸ਼ਾਇਦ ਇਹਦੇ ਨਾਲ ਹੀ ਉਹਦੀ ਡੈਥ ਹੋ ਗਈ। ਬਹੁਤੇ ਲੋਕਾਂ ਦਾ ਇਹ ਮੰਨਣਾ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅੱਛਾ, ਇੱਕ ਤਾਂ ਇਹ ਮਿਸਕਨਸੈਪਸ਼ਨ ਹੈ ਕਿ ਮਾਈਕਲ ਜੈਕਸਨ ਦੀ ਡੈਥ ਪਲਾਸਟਿਕ ਸਰਜਰੀ ਨਾਲ ਹੋਈ ਹੈ। ਉਹ ਨਹੀਂ, ਉਹਦੀ ਡੈਥ ਡਰਗ ਓਵਰਡੋਜ਼ ਨਾਲ ਹੋਈ ਹੈ। ਨੋ ਡਾਊਟ ਕੰਪਲਿਕੇਸ਼ਨ ਹੋਈ, ਬਟ ਮਾਈਕਲ ਜੈਕਸਨ ਨੇ ਸਰਜਰੀਜ਼ ਵੀ ਬਹੁਤ ਵਾਰੀ ਕਰਵਾਈਆਂ। 7-8 ਵਾਰੀ ਉਹਨੇ ਆਪਣੀ ਕਾਸਮੈਟਿਕ ਸਰਜਰੀ ਕਰਵਾਈ। ਐਂਡ ਔਨ ਟੂ ਟੌਪ ਆਫ ਦੈਟ, ਜਦੋਂ ਕਿਸੇ ਵੀ ਸੈਲੀਬ੍ਰਿਟੀ ਜਾਂ ਕਿਸੇ ਨੂੰ ਵੈਲ ਨੋਨ ਪਰਸਨ ਨੂੰ ਕੁਝ ਹੁੰਦਾ ਹੈ ਤਾਂ ਉਹ ਮੀਡੀਆ 'ਚ ਜ਼ਿਆਦਾ ਹਾਈਪ ਕ੍ਰੀਏਟ ਹੁੰਦੀ ਹੈ, ਉਹਦਾ ਉਛਾਲ ਜ਼ਿਆਦਾ ਆਉਂਦਾ ਹੈ, ਇਸ ਲਈ ਜਨਤਾ ਜ਼ਿਆਦਾ ਡਰ ਜਾਂਦੀ ਹੈ। But on an average, the complication rate which have been mentioned in our literature is less than 1%.
इट वॉज अनफॉर्चुनेट कि माइकल जैक्सन उस 1% ग्रुप च आया तो कॉम्प्लिकेशन हुई. कॉम्प्लिकेशन तो किसी दे नाल भी हो सकती है. इवन इफ आई सिट इन एन एरोप्लेन माइट आल्सो क्रैश. You know, the car I'm traveling in, it can also meet with an accident. Right. But ਜਿਹੜਾ complication ਦਾ rate ਹੈਗਾ plastic surgery ਚ, ਉਹ in events ਦੇ rate ਨਾਲ ਕਾਫੀ ਘੱਟ ਹੈਗਾ. ਜੀ ਬਿਲਕੁਲ. So ਲੋਕਾਂ ਨੂੰ ਡਰਨ ਦੀ ਇੰਨੀ ਲੋੜ ਨਹੀਂ ਹੈਗੀ. You just have to put your faith in your doctor you believe. ਬਾਕੀ ਸਾਰਾ ਰੱਬ ਦੇ ਨਾਲ ਚੱਲੋ. ਜੀ. ਔਰ ਡਾਕਟਰ ਸੂਦ ਇੱਕ ਮੈਂ ਗੱਲ ਹੋਰ ਪੁੱਛਣਾ ਚਾਹੂੰਗਾ ਕਿ ਪਲਾਸਟਿਕ ਸਰਜਰੀ ਡਿਮਾਂਡਿੰਗ ਹੈ ਇਸ ਵੇਲੇ, ਹਰ ਕੋਈ ਚਾਹੁੰਦਾ, ਜਿਵੇਂ ਮੈਂ ਪਹਿਲੇ ਵੀ ਸ਼ੁਰੂਆਤ ਦੇ ਤੌਰ ਤੇ ਵੀ ਗੱਲ ਕੀਤੀ ਸੀਗੀ, ਬਟ ਕਿਤੇ ਨਾ ਕਿਤੇ ਬਹੁਤ ਖਰਚੇ ਵਾਲਾ ਇਹ ਜਿਹੜੀ ਸਰਜਰੀ ਹੈਗੀ ਹੈ. ਇਹ ਕੀ ਕਾਰਨ ਹੈ ਕਿ ਇਹਦੇ ਵਿੱਚ ਇੰਨਾ ਖਰਚਾ ਆਉਂਦਾ? ਕਿਉਂਕਿ ਜਦੋਂ ਪਲਾਸਟਿਕ ਸਰਜਰੀ ਦਿਖਣਾ ਹਰ ਕੋਈ ਸੁੰਦਰ ਚਾਹੁੰਦਾ ਹੈ, ਪਰ ਜਿਸ ਵੇਲੇ ਉਹ ਬਜਟ ਦੀ ਗੱਲ ਆਉਂਦੀ ਹੈ, ਪੈਕੇਜ ਦੀ ਗੱਲ ਆਉਂਦੀ ਹੈ, ਤਾਂ ਹਰ ਕੋਈ ਜਿਹੜਾ ਹੈ ਉਹ ਆਪਣਾ ਹੱਥ ਔਰ ਪੈਰ ਪਿੱਛੇ ਖਿੱਚ ਲੈਂਦਾ ਹੈ. ਕੀ ਕਾਰਨ ਹੈ? ਇਦਾਂ ਹੈ, ਇਹ ਵੀ ਇੱਕ ਹੋਰ ਮਿਸਕਨਸੈਪਸ਼ਨ ਹੈਗੀ ਜਿਹੜੀ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ. ਪਲਾਸਟਿਕ ਸਰਜਰੀ ਪਰ ਸੇ ਕਸਮੈਟਿਕ ਸਰਜਰੀ in India is almost at 1/10 of the rate what it is there in United States or Canada. Okay. ਠੀਕ ਹੈ. ਸਾਡੀ ਸਾਈਟ ਹੈ newcosmeticsurgery.com. ਉਹਦੇ ਚ ਜਿੰਨੇ ਵੀ ਸਾਡੇ ਵੀਰ ਭਰਾ ਲੋਕ ਬਾਹਰੋਂ ਆਉਂਦੇ ਨੇ, they almost have this kind of a concern ਕਿ ਪਤਾ ਨਹੀਂ ਉੱਥੇ ਜਾ ਕੇ ਡਾਕਟਰ ਠੀਕ ਮਿਲੇਗਾ, ਸਰਜਰੀ ਠੀਕ ਹੋਏਗੀ, ਪੈਸੇ ਜ਼ਿਆਦਾ ਤਾਂ ਨਹੀਂ ਲੱਗਣਗੇ. ਤੇ ਸਾਡਾ ਨਾ ਵੈਬ ਚ ਸਭ ਕੁਝ ਮੈਂਸ਼ਨਡ ਹੈ, ਪੈਕੇजेस, everything including from liposuction to hair transplant. ਜੇ ਆਪੇ ਸਾਡੇ ਭਰਾ ਲੋਕ ਆ ਕੇ 3-star ਹੋਟਲ ਚ ਰਹਿਣਾ ਚਾਹੁੰਦੇ ਨੇ, 5-star ਹੋਟਲ ਚ ਰਹਿਣਾ ਚਾਹੁੰਦੇ ਨੇ, packages have been defined according to that. And if you go and look at the packages, ਤੁਸੀਂ ਦੇਖੋਗੇ ਕਿ ਇੰਨਾ ਸਸਤਾ cosmetic surgery ਹਿੰਦੁਸਤਾਨ ਚ ਹੋ ਰਹੀ ਹੈ. It's almost at par with other surgeries. ਜਿੰਨੀ ਬਾਕੀ different type ਦੀ surgeries ਹੈਗੀਆਂ, ਚਾਹੇ gall bladder stone ਹੈਗਾ, ਚਾਹੇ kidney stone ਹੈਗਾ, ਜੇ ਕੋਈ ਹੋਰ surgery ਹੋ ਰਹੀ ਹੈ, it is almost at par. ਇਹ ਸਿਰਫ ਇੱਕ misconception ਹੈਗੀ ਕਿ cosmetic surgery ਬਹੁਤ costly ਹੈ. ਬਟ ਡਾਕਟਰ ਸਾਹਿਬ ਗੱਲ ਕਰ ਰਹੇ ਹਾਂ, ਅਗਰ ਅਸੀਂ ਕੈਨੇਡਾ ਔਰ US ਦੀ ਗੱਲ ਕਰੀਏ ਤਾਂ ਆਲਰੇਡੀ ਉਹ ਲੋਕ ਡਾਲਰਸ ਦੇ ਵਿੱਚ ਕਮਾ ਰਹੇ, ਔਰ ਡਾਲਰ ਇੰਡੀਆ ਦੇ ਵਿੱਚ ਆ ਕੇ ਜਦੋਂ ਕਨਵਰਟ ਕਰਦੇ ਆ ਤਾਂ ਉਹਨਾਂ ਲਈ ਉਹ ਇੱਕ ਮੇਰੇ ਹਿਸਾਬ ਨਾਲ ਸਿਰ ਦਰਦ ਦੀ ਦਵਾਈ ਲੈਣ ਦੇ ਬਰਾਬਰ ਹੋ ਜਾਂਦਾ ਹੈ. ਬਟ ਅਗਰ ਇੰਡੀਆ ਦੇ ਵਿੱਚ ਜਿਹੜੇ ਪੀਪਲ ਹੈਗੇ ਨੇ, ਅਗਰ ਉਹ ਇਹ ਪਲਾਸਟਿਕ ਸਰਜਰੀ ਕਰਵਾਉਣਾ ਚਾਹਣ ਤਾਂ ਮੇਰੇ ਹਿਸਾਬ ਨਾਲ ਉਹਨਾਂ ਦੇ ਲਈ ਬਹੁਤ ਜ਼ਿਆਦਾ ਇੱਕ ਮਹਿੰਗਾ ਹੋ ਜਾਂਦਾ ਹੈ. ਮੈਂ ਜਾਣਨਾ ਚਾਹਨਾ ਵੀ ਕੀ ਕਾਰਨ ਹੈ ਕਿ ਇਹਨਾਂ ਦੇ ਲਈ ਇਹ ਮਹਿੰਗਾ ਹੈ? ਕੀ ਇਹਦੇ ਵਿੱਚ ਐਸੀ ਚੀਜ਼ਾਂ ਯੂਜ਼ਸ ਹੁੰਦੀਆਂ ਨੇ ਕਿ ਜਿਹਦੇ ਕਰਕੇ ਪਲਾਸਟਿਕ ਸਰਜਰੀ ਦਾ ਰੇਟ ਜਿਹੜਾ ਇੰਨਾ ਮਹਿੰਗਾ ਇੰਡੀਅਨਸ ਲੋਕ ਦੇ ਲਈ ਹੈ? ਮੈਂ ਫਿਰ ਰੀਟਰੇਟ ਕਰਾਂਗਾ ਕਿ ਇੰਡੀਅਨ ਲੋਕੀ ਲਈ ਵੀ ਇੰਨਾ ਮਹਿੰਗਾ ਨਹੀਂ ਹੈਗਾ. ਇਹ ਸਿਰਫ ਇੱਕ ਮਿਸਕਨਸੈਪਸ਼ਨ ਹੈ, ਦਿਮਾਗ 'ਚ ਇੱਕ ਵਹਿਮ ਹੈ ਕਿ ਪਲਾਸਟਿਕ ਸਰਜਰੀ, ਕਸਮੈਟਿਕ ਸਰਜਰੀ ਮਹਿੰਗੀ ਹੈ. ਇੰਨੀ ਮਹਿੰਗੀ ਨਹੀਂ ਹੈਗੀ. ਜੇ ਲੋਕੀ ਜਾ ਕੇ ਸਾਡੀ ਵੈਬਸਾਈਟ ਵੀ ਦੇਖਣਗੇ ਨਾ ਤਾਂ ਰੇਟਸ ਉਹਦੇ ਚ ਮੈਂਸ਼ਨ ਹੈਗੇ. ਦਿਲ ਕਮ ਟੂ ਨੋ ਇਟ ਇਜ਼ ਨਾਟ ਦੈਟ ਕਾਸਟਲੀ. ਇੰਨਾ ਕਾਸਟਲੀ ਨਹੀਂ ਹੈ. ਹਾਂ, ਜਦੋਂ ਪਲਾਸਟਿਕ ਸਰਜਰੀ ਇਨਵੋਲਵਸ ਇੰਪਲਾਂਟਸ ਪੈਂਦੇ ਨੇ, ਇੰਪਲਾਂਟਸ ਦਾ ਖਰਚਾ ਆਉਂਦਾ ਹੈ ਤਾਂ ਥੋੜੀ ਕਾਸਟਲੀ ਹੋ ਜਾਂਦੀ ਹੈ. ਬਟ 80 to 90% of the procedures they are very economical. ਬਹੁਤ ਵਧੀਆ ਸੂਦ ਸਾਹਿਬ. ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਜਿਵੇਂ ਡਾਕਟਰ ਸੂਦ ਉਹਨਾਂ ਨੇ ਗੱਲ ਕੀਤੀ ਹੈ ਵੀ ਜਿਹੜੇ ਅਬਰੋਡ ਦੇ ਵਿੱਚ ਰਹਿੰਦੇ ਨੇ ਸਾਡੇ ਵੀਰ ਭਰਾ, ਉਹ ਜਦੋਂ ਇੰਡੀਆ ਆ ਕੇ ਪਲਾਸਟਿਕ ਸਰਜਰੀ ਕਰਵਾਉਂਦੇ ਨੇ ਤਾਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਵੀ ਡਰ ਹੁੰਦਾ ਹੈ ਕਿ ਸਾਨੂੰ ਅੱਛਾ ਟ੍ਰੀਟਮੈਂਟ ਮਿਲੇਗਾ ਜਾਂ ਨਹੀਂ ਮਿਲੇਗਾ, ਅੱਛੀ ਫੈਸਿਲਿਟੀ ਮਿਲੇਗੀ ਜਾਂ ਨਹੀਂ ਮਿਲੇਗੀ, ਕਿਆ ਸਾਡਾ ਅੱਛਾ ਇਲਾਜ ਹੋ ਪਾਏਗਾ ਕਿ ਨਹੀਂ ਹੋ ਪਾਏਗਾ. ਇਸ ਸਾਰੇ ਡਰ ਨੂੰ ਦੂਰ ਕਰਨ ਦੇ ਲਈ ਤੁਹਾਡੇ ਟਿਪਸ ਵੱਲੋਂ ਕੀ ਕੀ ਕਦਮ ਚੁੱਕੇ ਗਏ ਨੇ? ਜਿੱਦਾਂ ਕਿ ਡਾਕਟਰ ਸੂਦ ਨੇ ਪਹਿਲਾਂ ਦੱਸਿਆ, ਬਾਹਰਲੇ ਜਿਹੜੇ ਸਾਡੇ ਵੀਰ ਭਰਾ ਹੈਗੇ ਨੇ, ਜਦੋਂ ਵੀ ਉਹਨਾਂ ਨੇ ਆਉਣਾ, ਮਨ ਦੇ ਵਿੱਚ 2 ਜਾਂ 3 ਚੀਜ਼ਾਂ ਦਾ ਹੀ ਵਹਿਮ ਹੁੰਦਾ ਹੈ, ਕਾਸਟ ਫੈਕਟਰ ਤੇ ਟ੍ਰੀਟਮੈਂਟ ਠੀਕ ਹੋਣਾ, ਤੇ ਕੋਈ ਹਿਡਨ ਚਾਰजेस ਜਾਂ ਪਹਿਲਾਂ ਕੁਝ ਦੱਸਿਆ ਬਾਅਦ ਚ ਕੁਝ ਚਾਰजेस. ਇਸ ਚੀਜ਼, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਅਸੀਂ ਡਿਫਾਈਨਡ ਪੈਕੇजेस ਰੱਖੇ ਹੋਏ ਨੇ, ਜਿਹੜੇ ਕਿ ਆਲ ਇਨਕਲੂਸਿਵ ਪੈਕੇजेस ਹੈਗੇ ਨੇ. ਇਹਨਾਂ ਦੇ ਜੋ ਚਾਰजेस ਹੈਗੇ ਨੇ, ਇਹਨਾਂ ਤੋਂ ਇਲਾਵਾ ਕੋਈ ਹੋਰ ਚਾਰजेस ਨਹੀਂ ਹੈ ਜਿਹੜੇ ਬਾਅਦ ਚੋਂ ਲਿੱਤੇ ਜਾਣ. ਔਰ ਟ੍ਰੀਟਮੈਂਟ ਇੱਥੇ ਵਰਲਡ ਕਲਾਸ ਫੈਸਿਲਿਟੀ, ਵਰਲਡ ਕਲਾਸ ਟ੍ਰੀਟਮੈਂਟ ਦਿੱਤਾ ਜਾਏਗਾ ਜਿਹੜਾ ਕਿ ਬੈਸਟ ਇਨ ਦੀ ਵਰਲਡ ਹੋਏਗਾ. ਜੀ, ਜਿਵੇਂ ਕਿ ਸੂਦ ਸਾਹਿਬ ਦੱਸ ਰਹੇ ਸੀਗੇ ਕਿ ਜਿਹੜਾ ਪੈਕੇਜ ਹੈਗਾ ਇੱਕ 3 ਸਟਾਰ ਔਰ 5 ਸਟਾਰ ਪੈਕੇਜ ਦੀ ਗੱਲ ਕਰ ਰਹੇ ਸੀ ਡਾਕਟਰ ਸਾਹਿਬ, ਉਹ 3 ਸਟਾਰ 5 ਸਟਾਰ ਪੈਕੇਜ ਦੇ ਵਿੱਚ ਕੀ ਕੀ ਇਨਕਲੂਡ ਹੈਗਾ ਹੈ? ਇਹਦੇ ਵਿੱਚ ਵੀ ਸਟਾਰਟ ਦੀ ਪੈਕੇਜ ਫਰੋਮ 에ਅਰਪੋਰਟ ਰਿਸੀਵਲ. 에ਅਰਪੋਰਟ ਤੇ ਜਦੋਂ ਸਾਡੇ ਪੇਸ਼ੈਂਟਸ ਪਹੁੰਚ ਜਾਂਦੇ ਨੇ, ਉੱਥੋਂ ਰਿਸੀਵ ਕਰਕੇ ਜਿਹੜਾ ਕੈਟੇਗਰੀ ਦਾ ਉਹ ਹੋਟਲ ਚਾਹੁੰਦੇ ਨੇ, ਉਸ ਕੈਟੇਗਰੀ 'ਚ ਉਹਨਾਂ ਦੀ ਪਹਿਲਾਂ ਬੁਕਿੰਗ ਹੋਏਗੀ, ਉੱਥੇ ਡ੍ਰੌਪ ਹੋਣਗੇ, ਫਿਰ ਸਾਡੇ ਕੋਲ ਕੰਸਲਟੇਸ਼ਨ ਦੇ ਵਿੱਚੋਂ ਆਉਣਗੇ, ਉਸ ਤੋਂ ਬਾਅਦ ਟ੍ਰੀਟਮੈਂਟ, ਉਸ ਤੋਂ ਬਾਅਦ ਇੱਕ ਅੱਧਾ ਸਾਈਟ ਵਿਜ਼ਿਟ ਜਾਂ ਕਿਤੇ ਉਹ ਘੁੰਮਣਾ ਚਾਹਣਗੇ ਉੱਥੇ, ਐਂਡ ਦੈਨ ਡ੍ਰੌਪ ਟੂ ਦੀ 에ਅਰਪੋਰਟ. ਇਹ ਸਾਰਾ ਕੁਝ ਵਿਦ ਮੀਲਸ, ਇਹ ਸਾਰਾ ਕੁਝ ਇਨਕਲੂਡਿਡ ਹੁੰਦਾ.
ਜਿਹੜੇ ਵੀ ਹੋਟਲ ਦੇ ਵਿੱਚ ਰਹਿਣਾ ਚਾਹੁੰਦੇ ਨੇ ਉਸ ਅਕੋਰਡਿੰਗ ਅਸੀਂ ਬੁਕਿੰਗ ਲੈ ਕੇ ਤੇ ਟੋਟਲ ਡਿਫਾਈਨਡ ਚਾਰजेस ਹੈਗੇ ਨੇ। ਔਰ ਡਾਕਟਰ ਸਾਹਿਬ ਜਿਹੜੇ ਹੇਅਰ ਟ੍ਰਾਂਸਪਲਾਂਟ ਦੇ ਪੇਸ਼ੈਂਟਸ ਹੁੰਦੇ ਨੇ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਕਿੰਨੇ ਦਿਨ ਦਾ ਸਟੇ ਜਿਹੜਾ ਹੈਗਾ ਹੈ ਇੰਡੀਆ ਦੇ ਵਿੱਚ ਕਰਨਾ ਪੈਂਦਾ ਹੈ ਅਕੋਰਡਿੰਗ ਟੂ ਯਰ ਟ੍ਰੀਟਮੈਂਟ? About 3 to 4 days of stay is required. Starting with the treatment on first day, 4 days is what we require. ਕਿ ਉਸ ਤੋਂ ਬਾਅਦ ਉਹਨਾਂ ਨੂੰ ਆਫਟਰ 6 ਮੰਥ ਆਫਟਰ ਈਅਰ ਉਹਨਾਂ ਨੂੰ ਵਾਪਸ ਆਉਣਾ ਪੈਂਦਾ ਚੈੱਕਅਪ ਵਾਸਤੇ, ਜਾਂ ਫਿਰ ਤੁਹਾਡੇ ਵੱਲੋਂ ਪੂਰਾ ਤਸੱਲੀ ਹੁੰਦੀ ਹੈ, ਪੇਸ਼ੈਂਟ ਦੀ ਵੀ ਤਸੱਲੀ ਹੁੰਦੀ ਹੈ ਕਿ ਠੀਕ ਹੈ ਇੱਕ ਵਾਰ ਇਲਾਜ ਹੋ ਗਿਆ ਦੁਬਾਰਾ ਆਉਣ ਦੀ ਲੋੜ ਨਹੀਂ? ਦੇਖੋ ਅੱਜ ਕੱਲ ਸੋਸ਼ਲ ਮੀਡੀਆ ਇੰਨਾ ਐਕਟਿਵ ਹੈਗਾ, WhatsApp ਤੇ ਹੋਰ ਕਈ ਸਾਧਨ ਹੈਗੇ ਜਿੱਥੇ ਕੋਈ ਵੀ ਕੁਇਰੀਜ਼ ਹੈਗੀਆਂ ਉਹ ਸੌਰਟ ਆਊਟ ਕੀਤੀਆਂ ਜਾਂਦੀਆਂ, ਔਰ ਅਸੀਂ ਹਮੇਸ਼ਾ ਆਪਣੇ ਪੇਸ਼ੈਂਟਸ ਨੂੰ ਫੋਲੋ ਅਪ ਦੇ ਵਿੱਚ ਰੱਖੀਦਾ, ਉਹਨਾਂ ਨੂੰ ਹਰ ਮਹੀਨੇ 2 ਮਹੀਨੇ ਬਾਅਦ ਕਾਲ ਕਰਕੇ ਉਹਨਾਂ ਦੀ ਪ੍ਰੋਗਰੈਸ ਪੁੱਛੀਦੀ ਹੈ, ਐਂਡ ਦਿਸ ਇਜ਼ ਵਾਟ ਵੀ ਡੂ। ਸੋ ਡਾਕਟਰ ਅਨੇਜਾ ਜੀ, ਸਮੇਂ ਜਿਹੜਾ ਹੈਗਾ ਹੈ ਉਹ ਆਪਣੀ ਰਫ਼ਤਾਰ ਦੇ ਨਾਲ ਵੱਧ ਰਿਹਾ, ਸਮੇਂ ਸੀਮਿਤ ਹੈਗਾ, ਪਰ ਅਸੀਂ ਫਿਰ ਵੀ ਚਾਹਾਂਗੇ ਵੀ ਜਿਹੜੇ ਸਾਡੇ ਵਿਊਅਰਸ ਜਿਹੜੇ ਨੇ ਜਿਹੜੇ ਫੋਰਨ ਦੇ ਵਿੱਚ ਬੈਠੇ ਨੇ ਜਾਂ ਇੰਡੀਆ ਦੇ ਵਿੱਚ ਵੀ ਇਹਨੂੰ ਵੈਬਸਾਈਟ YouTube ਦੇ ਰਾਹੀਂ ਦੇਖ ਰਹੇ ਨੇ ਜਾਂ ਕਿਸੇ ਚੈਨਲ ਦੇ ਰਾਹੀਂ ਦੇਖ ਰਹੇ ਨੇ, ਤੁਸੀਂ ਪਲੀਜ਼ ਉਹਨਾਂ ਦੇ ਲਈ ਕੋਈ ਇੱਕ ਮੈਸੇਜ ਦਿਓ ਜਿਹੜਾ ਕਿ ਪਲਾਸਟਿਕ ਸਰਜਰੀ ਦੇ ਨਾਲ ਸੰਬੰਧਿਤ ਹੈ। ਮੇਰੇ ਵੱਲੋਂ ਇਹੀ ਮੈਸੇਜ ਹੈ ਕਿ ਪਲਾਸਟਿਕ ਸਰਜਰੀ ਇੱਕ ਬੜਾ ਸੇਫ ਪ੍ਰੋਸੀਜਰ ਹੈਗੇ ਨੇ। ਇਟ ਇਜ਼ ਵੈਰੀ ਕਾਮਨ ਥੀਸ ਡੇਜ਼, ਐਂਡ ਇਹਦੇ ਨਾਲ ਨੈਚੁਰਲ ਅਪੀਅਰੈਂਸ ਤੁਹਾਡੀ ਆਏਗੀ। ਜੇ ਹੇਅਰ ਗਰੋਥ ਲਈਏ ਜਾਂ ਕੁਝ ਹੋਰ ਵੀ ਚੀਜ਼ਾਂ ਹੈਗੀਆਂ ਉਹਦੇ ਵਿੱਚ ਫਿਜ਼ੀਕਲ ਇੰਪਰੂਵਮੈਂਟ ਇਨ ਯੋਰ ਸ਼ੇਪ ਤੇ ਬਾਡੀ ਹੋਏਗੀ। ਇਟ ਇਜ਼ ਅ ਥਿੰਗ ਵਿਚ ਇਜ਼ ਵੈਰੀ ਇਨ ਨਾਓ, ਐਂਡ it's very economical as well, and ਕੋਈ ਜ਼ਿਆਦਾ costly ਨਹੀਂ ਹੈਗਾ, and I would suggest people ਕਿ ਜਿਹੜਾ ਵੀ ਅਫੋਰਡ ਕਰ ਸਕਦਾ ਹੈ, ਜਿਹੜਾ ਵੀ ਅੱਛਾ ਦਿਖਣਾ ਚਾਹੇ, ਉਹ ਜ਼ਰੂਰ ਪਲਾਸਟਿਕ ਸਰਜਰੀ ਕਰਾ ਕੇ ਆਪਣੇ ਆਪ ਨੂੰ ਸੁੰਦਰ ਤੇ ਸੋਹਣਾ ਬਣਵਾਏ। ਸੋ ਇਹ ਸਨ ਡਾਕਟਰ ਅੰਕੁਰ ਸੂਦ ਤੇ ਡਾਕਟਰ ਅਨੇਜਾ ਜੀ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਦੱਸਿਆ ਕਿ ਪਲਾਸਟਿਕ ਸਰਜਰੀ ਇੱਕ ਬਹੁਤ ਵਧੀਆ ਔਰ ਆਸਾਨ ਤਰੀਕਾ ਹੈ ਆਪਣੀ ਸੁੰਦਰਤਾ ਨੂੰ ਹੋਰ ਵਧੀਆ ਬਣਾਉਣ ਦੇ ਲਈ ਔਰ ਆਪਣੀ ਦਿੱਖ ਨੂੰ ਹੋਰ ਵਧੀਆ ਬਣਾਉਣ ਦੇ ਲਈ। ਸੋ ਇਹਨਾਂ ਨੇ ਇੱਕ ਗੱਲ ਇਹ ਵੀ ਦੱਸੀ ਹੈ ਕਿ ਬੇਝਿਜਕ ਜਿਹੜੇ ਨੇ ਉਹ ਪਲਾਸਟਿਕ ਸਰਜਰੀ ਕਰਵਾਈ ਜਾ ਸਕਦੀ ਹੈ ਤਾਂ ਜੋ ਅਸੀਂ ਆਪਣੇ ਮੋਟਾਪੇ ਨੂੰ, ਆਪਣੀ ਵਿਗੜ ਰਹੀ ਸਰੀਰ ਦੇ ਦਿੱਖ ਨੂੰ ਸੁੰਦਰ ਬਣਾ ਸਕੀਏ। ਸੋ ਡਾਕਟਰ ਸੂਦ ਜੀ, ਡਾਕਟਰ ਅਨੇਜਾ ਜੀ, ਤੁਹਾਡੇ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ, ਔਰ ਅਸੀਂ ਆਸ ਕਰਦੇ ਹਾਂ ਵੀ ਤੁਹਾਨੂੰ ਵੀ ਸਾਡੇ ਸ਼ੋਅ ਦੇ ਵਿੱਚ ਸਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਹੋਵੇਗਾ, ਔਰ ਸਾਡੇ ਵਿਊਅਰਸ ਨੂੰ ਵੀ ਤੁਹਾਡੀ ਦੁਆਰਾ ਮਿਲੀ ਇਹ ਜਾਣਕਾਰੀ ਜਿਹੜੀ ਹੈ ਇਨ ਫਿਊਚਰ ਉਹਨਾਂ ਦੇ ਬਹੁਤ ਕੰਮ ਆਏਗੀ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇੱਕ ਨਜ਼ਰ